14 ਤਰੀਕ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ ਔਰ ਲਗਾਤਾਰ ਕਾਂਗਰਸ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਔਰ ਬੀਜੇਪੀ ਦੇ ਵਰਕਰਾਂ ਨੂੰ ਬੀਜੇਪੀ ਦੇ ਜਿਹੜੇ ਉਮੀਦਵਾਰਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੀ ਸ਼ਰੇਆਮ ਗੁੰਡਾਗਰਦੀ ਹੈ। ਅਕਾਲੀ ਦਲ ਵੀ ਇਸੇ ਤਰੀਕੇ ਨਾਲ ਇਲਜ਼ਾਮ ਲਗਾ ਰਿਹਾ ਔਰ ਆਮ ਆਦਮੀ ਪਾਰਟੀ ਵੀ। ਜਾਖੜ ਸਾਹਿਬ ਮੇਰੇ ਨਾਲ ਨੇ। ਜਾਖੜ ਸਾਹਿਬ, ਕਿਵੇਂ ਦੇਖਦੇ ਹੋ ਇਲਜ਼ਾਮਬਾਜ਼ੀਆਂ ਲਗਾਤਾਰ ਤੁਹਾਡੇ ਉੱਤੇ ਲੱਗ ਰਹੀਆਂ ਕਿ ਤੁਹਾਡੀ ਪਾਰਟੀ ਵਨ ਸਾਈਡਡ ਜਿਹੜਾ ਵਾ ਉਹ ਇਲੈਕਸ਼ਨ ਕਰਵਾ ਰਹੀ ਹੈ ਔਰ ਅਕਾਲੀ ਦਲ ਤਾਂ ਇੱਥੋਂ ਤੱਕ ਕਹਿ ਰਿਹਾ ਫਿਰ ਇਸ ਤਰੀਕੇ ਦੇ ਇਲੈਕਸ਼ਨ ਦੇ ਫਾਇਦੇ ਕੀ? ਅਕਾਲੀ ਦਲ ਦਾ ਹਮੇਸ਼ਾ ਹੀ ਮੰਨਣਾ ਰਿਹਾ ਹੈ ਵੀ ਇਲੈਕਸ਼ਨ ਜਿਹੜੇ ਜਿਸ ਤਰ੍ਹਾਂ ਉਹਨਾਂ ਨੇ ਕਰਾਏ ਹੈ ਮੈਂ ਉਹਦੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਅਦਰਵਾਈਜ਼ ਮੈਂ ਸਮਝਦਾ ਵੀ ਕਾਂਗਰਸ ਪਾਰਟੀ 'ਚ ਤੇ ਅਕਾਲੀਆਂ 'ਚ ਕੀ ਫਰਕ ਰਹਿ ਜਾਊਗਾ। ਪਰ ਅੱਜ ਦੇ ਜਿਹੜੇ ਹਾਲਾਤ ਹੈ ਇਲੈਕਸ਼ਨ ਦਾ ਤੇ ਇਹਨਾਂ ਲੋਕਾਂ ਦਾ ਜੋ ਕੁਝ ਵੀ ਕਹਿਣਾ ਨਾ ਕਹਿਣਾ ਤਾਂ ਇੱਕ ਬਹਾਨੇਬਾਜ਼ੀ ਪਾਲ ਰਹੇ ਹੈ ਵੀ ਕਿਸ ਤਰ੍ਹਾਂ 17 ਤਰੀਕ ਦੇ ਬਾਅਦ ਜਵਾਬ ਦੇਵਾਂਗੇ, ਕਿਸ ਤਰ੍ਹਾਂ ਇਸ ਐਡੀ ਵੱਡੀ ਹਾਰ ਦੇ ਉੱਤੇ ਪਰਦਾ ਪਾਵਾਂਗੇ, ਉਸ 'ਤੇ ਪਰਦੇ ਪਾਉਣ ਦੀ ਤਿਆਰੀਆਂ ਹੋ ਰਹੀਆਂ। ਮੈਂ ਤੁਹਾਨੂੰ ਰਾਤ ਦੀਆਂ ਗੱਲਾਂ ਦੱਸਦਾ। ਕੱਲ੍ਹ ਰਾਤ ਨੂੰ ਜੋ ਕੁਝ ਰਿਪੋਰਟਸ ਆਈਆਂ, ਆਮ ਆਦਮੀ ਪਾਰਟੀ ਹੋਵੇ ਚਾਹੇ ਅਕਾਲੀ ਹੋ, ਸਾਰੇ ਬੀਜੇਪੀ ਮਿਲ ਕੇ ਸਾਰਿਆਂ ਨੂੰ ਵੀ ਸਾਡਾ ਤਾਂ ਸੂਪੜਾ ਸਾਫ਼ ਹੈ, ਆਪਸ 'ਚ ਵੋਟ ਐਕਸਚੇਂਜ ਦਾ ਹੋ ਰਹੀਆਂ। ਆਹ ਸਾਡੇ ਲਿਸਟ ਹੈ, ਆਹ ਵੋਟਾਂ ਤੁਹਾਨੂੰ ਪਵਾਵਾਂਗੇ, ਆਹ ਵੋਟਾਂ ਤੁਹਾਨੂੰ ਪਵਾਵਾਂਗੇ। ਕਿਹੜੀ ਜਗ੍ਹਾ ਤੋਂ ਰਿਪੋਰਟ? ਹਰੇਕ ਥਾਂ ਜੀ, ਹਰੇਕ ਥਾਂ ਇਸ ਬਹਾਨੇ ਨੂੰ ਲੈ ਕੇ ਵੀ ਸਾਡਾ ਤਾਂ ਹੁਣ ਦੇਖ ਰਹੇ ਹੈ ਵੀ ਸਾਡੇ ਕੋਲ ਤਾਂ ਕੁਝ ਹੈ ਨਹੀਂ, ਤੇ ਉਸ ਨੂੰ ਲੈ ਕੇ ਆਪਸ 'ਚ ਜਿਹੜੀ ਆ ਵੋਟ ਐਕਸਚੇਂਜ ਵਾਲੀ ਆ ਪਾਲਿਸੀ ਹੈ, ਇਹਦੇ ਨਾਲ ਸਪਸ਼ਟ ਹੋ ਰਿਹਾ ਹੈ ਵੀ ਅੱਜ ਜਿਹੜੀ ਲੜਾਈ ਹੈ ਨਾ ਤਿੰਨਾਂ ਦੀ, ਬੀਜੇਪੀ, ਅਕਾਲੀ ਤੇ ਆਮ ਆਦਮੀ ਪਾਰਟੀ, ਆ ਕੋਈ ਮੈਜੋਰਿਟੀ ਵਾਸਤੇ ਨਹੀਂ ਲੜ ਰਹੇ। ਇਹ ਤਾਂ ਨੰਬਰ 2, 3, ਨੰਬਰ 4 ਕੌਣ ਆਣਗੇ ਇਹਦੀ ਆਪਸ 'ਚ ਕੰਪੀਟੀਸ਼ਨ ਚੱਲ ਰਿਹਾ ਹੈ। ਮੈਂ ਅੱਜ ਦੇ ਦਿਨ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੋਕਾਂ ਨੇ ਇਹ ਫੈਸਲਾ ਦੇਣਾ ਹੈ, ਕਿਸੇ ਪਾਰਟੀ ਨੂੰ ਇੰਨਾ ਗੁਮਾਨ ਨਹੀਂ ਹੋਣਾ ਚਾਹੀਦਾ। ਬਟ ਮੇਰਾ ਮੰਨਣਾ ਹੈ ਵੀ ਪਹਿਲੀ ਨੰਬਰ 'ਤੇ ਕਾਂਗਰਸ ਪਾਰਟੀ, ਤੇ ਉਹਦੇ ਬਾਅਦ ਜੇ ਆਮ ਆਦਮੀ ਪਾਰਟੀ ਆਉਂਦੀ ਹੈ ਜਾਂ ਅਕਾਲੀ ਆਉਂਦੇ ਹੈ ਜਾਂ ਬੀਜੇਪੀ ਆਉਂਦੀ ਹੈ, ਉਹ 7ਵੇਂ 8ਵੇਂ ਨੰਬਰ 'ਤੇ ਗੱਲ ਕਰੋ ਤੁਸੀਂ, ਵਿਚਾਲੇ ਤਾਂ ਖਾਲੀ ਆਊਗਾ। ਬਿਕੋਜ਼ ਦਾ ਡਿਫਰੈਂਸ ਪਹਿਲੀ ਨੰਬਰ 'ਤੇ ਦੂਜੇ ਨੰਬਰ ਦੇ ਵਿੱਚ ਜਿਹੜਾ ਡਿਫਰੈਂਸ ਹੋਊਗਾ ਬਹੁਤ ਵੱਡਾ ਅੰਤਰ ਹੋਊਗਾ। ਲੇਕਿਨ ਇਲਜ਼ਾਮ ਲੱਗ ਰਿਹਾ ਕਿ ਧੱਕੇਸ਼ਾਹੀ, ਗੁੰਡਾਗਰਦੀ ਔਰ ਕਈ ਥਾਵਾਂ ਤੇ ਪਰਚੇ ਹੀ ਨਹੀਂ ਭਰਨ ਦਿੱਤੇ ਗਏ ਔਰ ਲਗਾਤਾਰ ਬੀਜੇਪੀ ਵੀ ਇਸੇ ਤਰੀਕੇ ਨਾਲ ਕਹਿ ਰਹੀ ਕਿ ਕਾਂਗਰਸ ਦੇ ਗੁੰਡੇ ਜਿਹੜੇ ਨੇ ਉਹ ਕਿਸਾਨ ਬਣ ਕੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਔਰ ਜਾਣਬੁੱਝ ਕੇ ਇਸ ਤਰੀਕੇ ਨਾਲ ਕੀਤਾ ਜਾ ਰਿਹਾ। ਮੈਂ ਤਿੰਨੋਂ ਪਾਰਟੀਆਂ ਦੀ ਅੱਡ-ਅੱਡ ਗੱਲ ਕਰਨੀ ਚਾਹੂੰਗਾ। ਪਹਿਲਾਂ ਜੇ ਗੱਲ ਕਰੀਏ ਬੀਜੇਪੀ ਦੀ, ਅਗਰ ਜੇ ਬੀਜੇਪੀ ਦੀ ਸਭ ਤੋਂ ਵੱਡੀ ਪ੍ਰੋਬਲਮ ਆਈ ਹੈ, ਬੀਜੇਪੀ ਸਮਝ ਨਹੀਂ ਰਹੀ ਵੀ ਉਹਨਾਂ ਨੇ ਕਿੱਡਾ ਵੱਡਾ ਅਨਰਥ ਕੀਤਾ ਹੈ ਮੁਲਕ ਦੇ ਨਾਲ, ਕਿੱਡਾ ਵੱਡਾ ਅਨਰਥ ਕੀਤਾ ਹੈ ਪੰਜਾਬ ਦੇ ਨਾਲ, ਇਕੱਲੇ ਪੰਜਾਬ ਦੇ ਕਿਸਾਨਾਂ ਨਾਲ ਨਹੀਂ, ਪੰਜਾਬ ਦੇ ਭਾਵਨਾਵਾਂ ਨਾਲ, ਪੰਜਾਬੀ ਫਿਤਰਤ ਦੇ ਨਾਲ ਉਹਨਾਂ ਨੇ ਜਿੱਡਾ ਵੱਡਾ ਕਾਂਡ ਕੀਤਾ। ਉਹਦਾ ਜਿਹੜੇ ਬੀਜ ਇਹਨਾਂ ਨੇ ਬੋਏ ਹੈ ਉਹ ਫਸਲ ਉਹ ਕੱਟ ਰਹੇ ਹੈ। ਪਰ ਮੈਂ ਇਸ ਗੱਲ ਦਾ ਬਿਲਕੁਲ ਹਾਮੀ ਨਹੀਂ ਵੀ ਆਪਾਂ ਜਾ ਕੇ ਉਹਨਾਂ ਦੇ ਘਰੇ ਕੋਈ ਕੂੜਾ ਸਿੱਟੀਏ ਜਾਂ ਕਿਸੇ ਨੂੰ ਬੋਲਣ ਨਾ ਦਈਏ। ਲੋਕਤੰਤਰਿਕ ਤਰੀਕੇ ਨਾਲ ਉਹਨਾਂ ਨੂੰ ਝਟਕਾ ਦੇਣਾ ਚਾਹੀਦਾ, ਸਬਕ ਸਿਖਾਉਣਾ ਚਾਹੀਦਾ ਬੀਜੇਪੀ ਨੂੰ। ਮੇਰੀ ਵੀ ਲੋਕਾਂ ਨੂੰ ਬੇਨਤੀ ਹੈ ਵੀ ਜੋ ਕੁਝ ਇਹਨਾਂ ਨੇ ਕੀਤਾ ਹੈ ਨਿੰਦਨੀय ਹੈ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਰਾਜਨੀਤਿਕ ਤੌਰ ਤੇ ਵੋਟਾਂ ਦੇ ਨਾਲ ਲੋਕ ਇਹਨਾਂ ਨੂੰ ਇੱਕ ਸਬਕ ਸਿਖਾਉਣ, ਇੱਕ ਮੈਸੇਜ ਭੇਜਣ। ਪਰ ਇਹ ਉਹੀ ਬੀਜੇਪੀ ਹੈ ਜਿਹਦੇ ਹਰਿਆਣੇ 'ਚ ਸਾਰੀ ਦੀ ਸਾਰੀ ਬੀਜੇਪੀ, ਈਵਨ ਚੀਫ ਮਿਨਿਸਟਰ ਨੂੰ ਆਪਣਾ 26 ਜਨਵਰੀ ਦਾ ਪ੍ਰੋਗਰਾਮ, ਸਾਰੇ ਗੱਲ ਕਰਦਾ ਹਿੰਦੁਸਤਾਨ, ਲਾਲ ਕਿਲੇ ਦੀ। ਮੈਂ ਕਹਿੰਦਾ ਵੀ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਸਾਹਿਬ ਨੂੰ ਪੰਚਕੂਲੇ ਕਿਵੇਂ ਆ ਕੇ ਲੁਕਣਾ ਪਿਆ, ਵੀ ਪੰਚਕੂਲੇ ਆ ਕੇ ਉਹਨਾਂ ਨੇ ਝੰਡਾ ਫਹਿਰਾਇਆ ਕਿਉਂਕਿ ਉੱਥੇ ਲੋਕਾਂ ਨੇ ਵੜ ਨਹੀਂ ਦਿੱਤਾ। ਸਾਰੇ ਬੀਜੇਪੀ ਦੇ ਐਮਐਲਏ, ਜੇਜੇਪੀ ਦੇ ਐਮਐਲਏ ਹਰਿਆਣੇ ਦੇ ਅੰਦਰ ਸਾਰੇ ਅੱਜ ਨਜ਼ਰਬੰਦ ਹੈ, ਮਿਨਿਸਟਰ ਨਜ਼ਰਬੰਦ ਹੈ ਦਿੱਲੀ, ਚੰਡੀਗੜ੍ਹ ਦੇ ਅੰਦਰ। ਕਿਉਂਕਿ ਲੋਕਾਂ ਦੇ ਅੰਦਰ ਗੁੱਸਾ ਹੈ। ਜੋ ਇਹਨਾਂ ਨੇ ਬੀਜਿਆ ਉਹ ਖੱਟ ਰਹੇ, ਉਹਨੂੰ ਚਾਹੇ ਕਾਂਗਰਸ ਦੇ ਮੱਥੇ ਤੇ ਬੰਨ ਦੇਣ। ਇੱਥੇ ਤਾਂ ਚਲੋ ਕਾਂਗਰਸ ਦੀ ਸਰਕਾਰ, ਉੱਥੇ ਤਾਂ ਖੱਟੜ ਸਾਹਿਬ ਦੀ ਆਪ ਦੀ ਸਰਕਾਰ ਹੈ। ਡਿਪਟੀ ਚੀਫ ਮਿਨਿਸਟਰ ਦਾ ਹੈਲੀਕਾਪਟਰ ਨਹੀਂ ਲੈਂਡ ਕਰਨ ਦਿੰਦੇ, ਮੰਤਰੀਆਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ, ਐਮਐਲਏ ਤੇ ਸਾਰੇ ਇੱਥੇ ਐਮਐਲਏ ਹੋਸਟਲ 'ਚ ਬੈਠੇ, ਕੋਈ ਐਮਐਲਏ ਫਲੈਟ 'ਚ ਬੈਠੇ। ਆਪਣਾ ਝਾਕਣ, ਅਗਰ ਅੰਦਰ ਝਾਕਣਗੇ ਤਾਂ ਹੀ ਮਸਲੇ ਦਾ ਹੱਲ ਨਿਕਲੂਗਾ। ਤੇ ਅਕਾਲੀਆਂ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਮੈਂ ਅਕਾਲੀ ਲੀਡਰਸ਼ਿਪ ਨੂੰ ਯਾਦ ਕਰਾਉਣਾ ਚਾਹੁੰਦਾ ਸਾਹਿਬ, 2012 ਮੈਂ ਖੁਦ ਉੱਥੇ ਸੀਗਾ ਪਟਿਆਲੇ ਦਾ। ਕੈਪਟਨ ਸਾਹਿਬ ਦੀ ਗੱਡੀ ਦੇ ਉੱਤੇ ਜਿਹੜੇ ਆ ਚੀਕਾਂ ਮਾਰੀ ਜਾਂਦੇ, ਅਸੀਂ ਤਾਂ ਅੱਜ ਤੱਕ ਕਿਤੇ ਨਾਂ ਹੀ ਨਹੀਂ ਲਿਆ। ਕੈਪਟਨ ਸਾਹਿਬ ਦੀ ਗੱਡੀ ਦੇ ਉੱਤੇ ਤਲਵਾਰਾਂ ਲੈ ਕੇ ਮਗਰ ਭੱਜੇ ਸੀਗੇ ਪਟਿਆਲੇ ਦੇ ਅੰਦਰ। ਮੈਂ ਉਸ ਸਮੇਂ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਨਾਲ ਸੀਗਾ ਜਦੋਂ ਅਸੀਂ ਸਾਡੇ ਐਮਐਲਏ ਮਦਨ ਲਾਲ ਜਲਾਲਪੁਰ ਜੀ ਨੂੰ ਮਿਲਣ ਜੇਲ੍ਹ 'ਚ ਗਏ ਸੀ। ਉੱਥੇ ਬਦਤਮੀਜ਼ੀ ਮਹਾਰਾਣੀ ਪ੍ਰਨੀਤ ਕੌਰ ਜੀ ਨਾਲ ਕੀਤੀ ਗਈ, ਧੱਕੇ ਮੁੱਕੀ ਕੀਤੀ ਗਈ, ਅੰਦਰ ਸਾਨੂੰ ਉਹਦੇ 'ਚ ਜਾਣ ਤੋਂ ਰੋਕਿਆ ਗਿਆ। ਉਹਦੇ ਬਾਅਦ ਮਦਨ ਲਾਲ ਜਲਾਲਪੁਰ ਉਹਨਾਂ ਨੂੰ ਬਲੱਡ ਪ੍ਰੈਸ਼ਰ,
ਸ਼ੂਗਰ ਦੀ ਜਿਹੜੀ ਉਹਨਾਂ ਦੀ ਬਿਮਾਰੀ ਹੈ ਬਹੁਤ ਬੜਾ ਗੰਭੀਰ ਤੇ ਸੀਰੀਅਸ ਮਸਲਾ ਸੀਗਾ, ਦਵਾਈ ਤਾਂ ਹੀ ਲੈਣ ਦਿੱਤੀ, 2 ਦਿਨ ਅੰਦਰ ਰੱਖਿਆ, ਉਹ ਗੱਲਾਂ ਭੁੱਲ ਜਾਂਦੇ ਆ। ਆ ਤਾਂ ਸ਼ੁਕਰ ਕਰਨ ਵੀ ਇਹ ਕੈਪਟਨ ਅਮਰਿੰਦਰ ਸਿੰਘ ਜੀ ਕਿ ਬੜੇ ਭਲੇ ਮਾਨਸ ਹੈ, ਜਿਨ੍ਹਾਂ ਨੇ ਸਪਸ਼ਟ ਕਹਿਤਾ ਵੀ ਮੈਂ ਵੈਂਡੇਟਾ ਰਾਜਨੀਤੀ 'ਚ ਯਕੀਨ ਨਹੀਂ ਕਰਦਾ, ਅਸੀਂ ਖੁੰਦਕਾਂ ਕੱਢਣ ਨਹੀਂ ਆਏ। ਅਸੀਂ 2012 ਜੋ ਤੁਹਾਡੀਆਂ ਸ਼ਿਕਾਇਤਾਂ ਸੀ ਉਹੀ 2017 ਚ ਹੁਣ 2021 ਦੇ ਵਿੱਚ ਅਕਾਲੀ ਦਲ ਦੀਆਂ ਸ਼ਿਕਾਇਤਾਂ। ਮੈਂ ਉਸੇ ਤੋਂ ਤੁਹਾਨੂੰ ਦੱਸ ਰਿਹਾ, ਉਸ ਤੇ ਆ ਰਿਹਾ। ਮੈਂ ਪਹਿਲਾਂ ਤਾਂ ਇਹਨਾਂ ਦਾ ਪਿਛੋਕੜ ਦੱਸ ਰਿਹਾ, ਬਟ ਦੈਟ ਇਜ਼ ਨੋ ਐਕਸਕਿਊਜ਼ ਵੀ ਇਹਨਾਂ ਨੇ ਕੀਤਾ ਸੀ ਅਸੀਂ ਕਰਨ ਲੱਗ ਜਾਈਏ ਫਿਰ ਇਹਨਾਂ 'ਚ ਤੇ ਸਾਡੇ 'ਚ ਕੀ ਫਰਕ ਹੈ ਪੰਕਜ ਜੀ? ਕੋਈ ਫਰਕ ਨਹੀਂ। ਅਸੀਂ ਪੰਜਾਬ ਵਾਸਤੇ ਆਏ ਹਾਂ। ਮਾਨਯੋਗ ਅਕਾਲੀ ਦਲ ਦੇ ਪ੍ਰਧਾਨ ਕਹਿ ਰਹੇ ਹੈ ਵੀ ਮੇਰੇ ਤੇ ਹਮਲਾ ਹੋਇਆ, ਰਿਪੋਰਟ ਲਿਖਾਈ। ਰਿਪੋਰਟ ਲਿਖਾਉਣ ਵਾਲਾ ਕੌਣ? ਨਾ ਉਹ ਜਲਾਲਾਬਾਦ ਦਾ, ਨਾ ਉੱਥੇ ਦਾ ਰਹਿਣ ਵਾਲਾ ਬਸ਼ਿੰਦਾ, ਨਾ ਉਹਦਾ ਕੋਈ ਇਨਵੋਲਵਮੈਂਟ। ਉਹਨਾਂ ਦੇ ਕਹਿਣ ਦੇ ਉੱਤੇ ਇੱਕ ਸਾਡੇ ਐਮਐਲਏ ਦੇ ਉੱਤੇ ਤੇ ਐਮਐਲਏ ਦੇ ਬੇਟੇ ਦੇ ਉੱਤੇ, ਉਹ ਮੈਨੂੰ ਲੱਗਦਾ ਨਹੀਂ ਵੈਦਰ ਇਜ਼ ਈਵਨ ਵੋਟ ਦੇ ਲਾਇਕ ਵੀ ਹੈ ਕਿ ਨਹੀਂ, ਉਹ ਮਾਈਨਰ ਹੈ ਜਾਂ ਵੈਦਰ ਛੋਟਾ ਹੈ, ਉਮਰ ਵੀ ਛੋਟੀ, ਉਹਦੇ ਉੱਤੇ ਇਹਨਾਂ ਨੇ ਧਾਰਾਂ ਲਵਾਤੀਆਂ। ਤੇ ਅਨਿਲ ਜੋਸ਼ੀ ਦੇ ਬ੍ਰਦਰ ਦੇ ਉੱਤੇ ਗੋਲੀਆਂ ਚੱਲੀਆਂ, ਉਹ ਤਾਂ ਕਿਸੇ ਨੂੰ ਯਾਦ ਹੀ ਨਹੀਂ। ਇੱਥੇ ਅਗਰ ਕਾਰਵਾਈ ਹੋਈ ਉਹਦੇ ਤੇ ਮੈਂ ਸਮਝਦਾ ਇਹਨਾਂ ਨੇ ਗਲਤ ਬਿਆਨਬਾਜ਼ੀ। ਮੈਂ ਤਾਂ ਕਹੂੰਗਾ ਸੀਐਮ ਸਾਹਿਬ ਨੂੰ ਤੇ ਡੀਜੀਪੀ ਨੂੰ ਮੈਂ ਰਿਕੁਐਸਟ ਕਰੂੰਗਾ ਵੀ ਜਿਹੜੇ ਬੰਦਿਆਂ ਨੇ ਉਹ ਗਲਤ ਬਿਆਨ ਕਰਕੇ ਰਿਪੋਰਟਾਂ ਲਿਖਾਈਆਂ ਉਹਨਾਂ ਤੇ ਜੋ ਵੀ ਧਾਰਾ ਲੱਗਦੀ ਹੈ, ਕਿਹੜੀ 66 PPC ਜਾਂ ਕਿਹੜੀ ਹੈ, ਉਹਦੇ ਤਹਿਤ ਉਹਨਾਂ ਤੇ ਗਲਤ ਬਿਆਨਬਾਜ਼ੀ ਦੇ ਪਰਚੇ ਹੋਣੇ ਚਾਹੀਦੇ। ਦੂਜੀ ਗੱਲ, ਕਿਹਨਾਂ ਤੇ ਪਰਚੇ ਹੋਣੇ ਚਾਹੀਦੇ? ਜਿਨ੍ਹਾਂ ਨੇ ਇਹਨਾਂ ਤੇ ਰਮਿੰਦਰ ਆਵਲਾ ਤੇ ਉਹਨਾਂ ਦੇ ਬੇਟੇ ਤੇ ਪਰਚੇ ਕਰਵਾਏ, ਝੂਠੇ ਬਿਆਨਬਾਜ਼ੀ ਤੇ ਕਰਾਏ, ਉਹ ਬਿਲਕੁਲ ਦੈਟਸ ਅ ਕ੍ਰਾਈਮ। ਉਹ ਵੀ ਇੱਕ ਅਪਰਾਧ ਹੈ। ਝੂਠੇ ਬਿਆਨ ਦੇ ਕੇ ਕਿਸੇ ਤੋਂ ਇੱਕ ਬਾਰਸੂਖ ਇੱਜ਼ਤਦਾਰ ਆਦਮੀ ਨੂੰ ਬਦਨਾਮ ਕਰਨ ਦਾ, ਪਾਰਟੀ ਨੂੰ ਬਦਨਾਮ ਕਰਨ ਦਾ ਸਾਡੀ ਪਾਰਟੀ ਨੇ ਜਿਹੜਾ ਪ੍ਰਯਾਸ ਕੀਤਾ ਹੈ ਉਹਦਾ ਵੀ ਹੋਣਾ ਚਾਹੀਦਾ। ਆ ਤਾਂ ਸ਼ੁਕਰ ਕਰੋ ਮੋਦੀ ਸਾਹਿਬ ਦੀ ਸਰਕਾਰ ਬੀਜੇਪੀ ਦੇ ਇੱਥੇ ਹੈ ਨਹੀਂ ਤਾਂ ਇਹਨਾਂ ਤੇ ਦੇਸ਼ ਦਰੋਹ ਦਾ ਵੀ ਮੁਕੱਦਮਾ ਸ਼ਾਇਦ ਉਹ ਦਰਜ ਕਰ ਦਿੰਦੇ ਮੋਦੀ ਸਾਹਿਬ। ਇੱਕ ਟਵਿੱਟਰ ਦੇ ਉੱਤੇ ਤਾਂ ਅੱਜ ਕੱਲ੍ਹ ਤੁਸੀਂ ਦੇਸ਼ ਦਰੋਹ ਹੀ ਬਣ ਜਾਂਦੇ ਹੋ। ਇੱਥੇ ਇਹਨਾਂ ਨੇ ਬਿਆਨ ਦੇ ਕੇ ਸਾਡੇ ਐਮਐਲਏ ਦੇ ਉੱਤੇ ਝੂਠਾ ਪਰਚਾ ਕਰਾਤਾ। ਪਰ ਮੈਂ ਤੁਹਾਨੂੰ ਵੀਡੀਓ ਦੇਵਾਂਗਾ ਜਿਹੜੀ ਤੁਸੀਂ ਦਿਖਾਇਓ ਜ਼ਰੂਰ ਆਪਣੇ ਚੈਨਲ ਦੇ ਉੱਤੇ। ਸਰਦਾਰ ਜਨਮੇਜਾ ਸਿੰਘ ਸੇਖੋਂ ਬੜੇ ਸੀਨੀਅਰ ਇਹਨਾਂ ਦੇ ਲੀਡਰ ਹੈ ਸਾਡੇ ਫਿਰੋਜ਼ਪੁਰ ਦੇ, ਉੱਥੋਂ ਰਿਪਰੈਜ਼ੈਂਟ ਉਹਨਾਂ ਨੇ ਕੀਤਾ। ਉਹ ਅਬੋਹਰ ਆ ਕੇ ਬਿਆਨ ਦਿੰਦੇ ਹੈ, ਕਹਿੰਦੇ ਅਬੋਹਰ ਵਾਲਿਓ ਤੁਸੀਂ ਫਿਕਰ ਨਾ ਕਰੋ, 500 ਬੰਦੇ ਅਸੀਂ ਲੰਬੀ ਤੋਂ ਲਿਆ ਕੇ ਇੱਥੇ ਅਬੋਹਰ 'ਚ ਛੱਡਾਂਗੇ ਤੇ ਅਸੀਂ ਦੇਖਾਂਗੇ ਇਹਨਾਂ ਨੂੰ। ਸਭ ਉਹ 500 ਬੰਦੇ ਕੀ ਲੈਣ ਉੱਥੇ ਆਏ ਹੈ? ਸਭ ਲੰਬੀ ਦੇ ਅੰਦਰ ਕੀ ਕੋਈ ਨਰਸਰੀ ਹੈ ਜਿੱਥੋਂ ਇਸ ਕਿਸਮ ਦੇ ਬੰਦੇ ਲੈ ਕੇ ਆਉਂਦੇ? ਕਿਹੜੀ ਨਰਸਰੀ, ਕਾਹਦੀ ਨਰਸਰੀ ਹੈ? ਪਹਿਲਾਂ ਤਾਂ ਪੰਜਾਬ ਦੇ ਅੰਦਰ ਇਸ ਕਿਸਮ ਦੇ ਧੱਕੇਸ਼ਾਹੀਆਂ ਹੋਈਆਂ, ਹੁਣ ਲਿਆ ਕੇ ਬਿਠਾ ਰਹੇ ਆ। ਮੈਂ ਉੱਥੇ ਐਸਐਸਪੀ ਸਾਹਿਬ ਨੂੰ ਕੱਲ ਰਿਕੁਐਸਟ ਕਰਕੇ ਆਇਆ, ਡੀਸੀ ਸਾਹਿਬ ਨੂੰ, ਦੇਖੋ 12 ਤਰੀਕ ਤਾਈਂ 4 ਵਜੇ ਜਾਂ 5 ਵਜੇ ਤਾਈਂ ਕੰਪੇਨਿੰਗ ਦਾ ਟਾਈਮ ਹੈ, ਉਦੋਂ ਤਾਈਂ ਤਾਂ ਇਹ ਸਾਡੇ ਮਹਿਮਾਨ। ਉਹਦੇ ਬਾਅਦ ਇਹਨਾਂ ਨੂੰ ਬਾਇੱਜ਼ਤ ਇੱਥੋਂ ਬਾਹਰ ਕੱਢ ਦਿਓ, ਨਹੀਂ ਪੈਕ ਕਰਕੇ ਭੇਜਣੇ ਪੈਣਗੇ। ਬਦਮਾਸ਼ੀ ਨਹੀਂ ਕਰਨ ਦਿਆਂਗੇ ਅਸੀਂ। ਅਗਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਿਸੇ ਤੋਂ ਖਤਰਾ ਹੈ, ਇਹਨਾਂ ਤੋਂ ਖਤਰਾ ਹੈ ਜਿਹੜੇ ਚੀਕਾਂ ਮਾਰ ਰਹੇ। ਤੁਸੀਂ ਵੀ ਧਮਕੀ ਦੇ ਰਹੇ ਹੋ ਕਿ? ਮੈਂ ਧਮਕੀ ਨਹੀਂ, ਮੈਂ ਤਾਂ ਰਿਕੁਐਸਟ ਕਰਕੇ ਆਇਆ ਪੁਲਿਸ ਨੂੰ ਉਹਨਾਂ ਨੂੰ ਬਾਹਰ ਕੱਢੋ। ਇਨਫੈਕਟ ਉਹਨਾਂ ਨੂੰ ਕਿਤੇ ਭਾਲਣ ਦੀ ਲੋੜ ਨਹੀਂ, ਕਿਤੇ ਭਾਲਣ ਦੀ। ਜਨਮੇਜਾ ਸਿੰਘ ਸੇਖੋਂ ਜੀ ਨੂੰ ਫੋਨ ਕਰਕੇ ਵੀ ਉਹ 500 ਬੰਦੇ ਜਿਹੜੇ ਭੇਜੇ ਉਹਨਾਂ ਦੇ ਤੁਸੀਂ ਸਾਨੂੰ ਮੋਬਾਈਲ ਨੰਬਰ ਤੇ ਉਹਨਾਂ ਦਾ ਐਡਰੈਸ ਦੇ ਦਿਓ, ਅਸੀਂ ਚੈੱਕ ਕਰ ਲੈਂਦੇ ਕਿੱਥੇ ਉਹਨਾਂ ਨੂੰ ਵਾਪਸ ਭੇਜੀਏ। ਅਦਰਵਾਈਜ਼ ਇਸ ਤਰ੍ਹਾਂ ਨਹੀਂ ਹੋ ਸਕਦਾ ਤੁਸੀਂ ਜਾ ਕੇ ਬਦਮਾਸ਼ੀ ਫੈਲਾਓ। ਬਦਮਾਸ਼ੀ ਦੀ ਅਲਾਉਡ ਕਿਸੇ ਨੂੰ ਵੀ ਨਹੀਂ ਹੈ ਸਾਹਿਬ। ਮੇਰੀ ਬੇਨਤੀ ਹੈ, ਮੈਂ ਤੁਹਾਨੂੰ ਕਿਹਾ ਵੀ ਤਿੰਨੋਂ ਪਾਰਟੀਆਂ ਦੇ ਸਾਰੇ ਕੈਂਡੀਡੇਟਸ ਲੀਡਰ ਸਾਹਿਬਾਨ ਨੂੰ ਬੁਲਾ ਕੇ ਉਹਨਾਂ ਦੀ ਐਪਰੀਹੈਂਸ਼ਨਸ ਪੁੱਛੋ, ਉਹਦਾ ਇੰਤਜ਼ਾਮ ਕਰੋ। ਅੱਜ ਹਾਲਾਤ ਹੈ ਵੀ ਇਹਨਾਂ ਦੇ ਇਸ ਕਿਸਮ ਦੇ ਭੜਕਾਊ ਸਪੀਚਾਂ ਨਾਲ ਉਹਨਾਂ ਨੇ ਪੂਰਾ ਅਬੋਹਰ ਜਿਹੜਾ ਹੈ ਉਹਨਾਂ ਨੂੰ ਸੈਂਸਿਟਿਵ ਡਿਕਲੇਅਰ ਕਰ ਰੱਖਿਆ। ਦਿਸ ਇਜ਼ ਨਾਟ ਡਨ। ਲੇਕਿਨ ਆਮ ਆਦਮੀ ਪਾਰਟੀ ਮਨੀਸ਼ ਸਿਸੋਦੀਆ, ਰਾਘਵ ਚੱਡਾ ਲਗਾਤਾਰ ਕਾਂਗਰਸ ਤੇ ਹਮਲਾ ਕਰ ਰਹੇ हैं, लगातार कांग्रेस से सवाल खड़े कर रहे हैं, वो लगातार कैंपेनिंग करते हुए नजर आए ने। ਕਿਹੜੇ ਮੁੱਦਿਆਂ ਤੇ ਕਰ ਰਹੇ ਸਾਹਿਬ? ਉਹਨਾਂ ਨੇ ਕਿਤੇ ਵੀ ਦੇਖੋ, ਕੁਝ ਦਿਨ ਪਹਿਲਾਂ ਤੁਹਾਨੂੰ ਯਾਦ ਆਉਣਾ ਇੱਥੇ ਆਲ ਪਾਰਟੀ ਮੀਟਿੰਗ ਕੀਤੀ ਗਈ। ਆਲ ਪਾਰਟੀ ਮੀਟਿੰਗ ਸਪਿਰਿਟ ਮੇਰੇ ਖਿਆਲ ਜਦੋਂ ਪੰਜਾਬ ਭਵਨ 'ਚੋਂ ਬਾਹਰ ਨਿਕਲੇ ਉੱਥੇ ਦਫਨ ਕਰਤੀ ਇਹਨਾਂ ਨੇ। ਅੱਜ ਉੱਥੇ ਇੱਕ ਇਸ਼ੂ ਸੀਗਾ ਵੀ ਆਪਾਂ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਜਿਹੜਾ ਆਪਣਾ ਹਰੇਕ ਕੋਲੀਸ਼ਨ ਦਾ ਜਾਂ ਜਿਸ ਤਰ੍ਹਾਂ ਇਸ ਕਿਸਮ ਦੀ ਆਲ ਪਾਰਟੀ ਮੀਟਿੰਗ ਕਾਮਨ ਮਿਨੀਮਮ ਪ੍ਰੋਗਰਾਮ ਹੈ ਵੀ ਆਪਾਂ ਇੱਕ ਆਇਡੈਂਟੀਫਾਈ ਕਰੀਏ ਕਿਹੜਾ ਬੰਦਾ ਇੱਕ ਰਿਸਪੌਂਸਿਬਲ ਹੈ ਪੰਜਾਬ ਦੇ ਇਸ ਹਾਲਾਤ ਨੂੰ, ਦੇਸ਼ ਦੇ ਇਸ ਹਾਲਾਤ ਨੂੰ ਲੈ ਕੇ, ਤੇ ਉਹਦੇ ਤੇ ਆਪਾਂ ਉਹਦੇ ਖਿਲਾਫ ਆ ਮੋਰਚਾ। ਮਹਿੰਗਾਈ ਇੱਕ ਬਹੁਤ ਵੱਡਾ ਮੁੱਦਾ ਹੈ। ਮੈਨੂੰ ਇਹ ਹੈਰਾਨੀ ਹੈ ਵੀ ਸਾਰੀ ਪੰਜਾਬ ਕਾਂਗਰਸ ਜਿਹੜੀ ਹੈ ਪੂਰੇ ਪੰਜਾਬ ਦੇ ਅੰਦਰ ਮਹਿੰਗਾਈ ਦੇ ਖਿਲਾਫ ਧਰਨੇ ਲਾ ਰਹੀ ਹੈ। ਕਿਉਂ ਨਹੀਂ ਇਹ ਨਾਲ ਆਈ? ਇਹਨਾਂ ਕੋਲ ਕੋਈ ਕੂਪਨ ਹੈਗੇ ਕਿ ਅਕਾਲੀਆਂ ਕੋਲ ਕੋਈ ਸਪੈਸ਼ਲ ਕੂਪਨ ਹੈ ਵੀ ਡੀਜ਼ਲ ਸਸਤਾ ਮਿਲਦਾ ਇਹਨਾਂ ਨੂੰ? ਆਮ ਆਦਮੀ ਪਾਰਟੀ ਕੋਲ ਕਿਤੇ ਅਮਿਤ ਸ਼ਾਹ ਜੀ ਨੇ ਕੋਈ ਸਪੈਸ਼ਲ ਕੂਪਨ ਦੇ ਰੱਖੇ ਤੁਸੀਂ ਜਾ ਕੇ ਸਸਤੀ ਗੈਸ ਲੈ ਲਓ ਜਾਂ ਕਿਤੋਂ ਜਾ ਕੇ ਸਸਤਾ ਡੀਜ਼ਲ ਲੈ ਲਓ? ਉਹਦੇ ਤੇ ਕੋਈ ਨਹੀਂ ਬੋਲਦਾ। ਅੱਜ ਮਨੀਸ਼ ਸਿਸੋਦੀਆ ਜੀ ਇੱਥੇ ਆਏ ਹੋਏ ਹੈ, ਉਹ ਬਿਆਨ ਦੇ ਰਿਹਾ ਵੀ ਪੰਜਾਬ ਦੇ ਅੰਦਰ ਮੋਟਰਸਾਈਕਲ ਰਜਿਸਟ੍ਰੇਸ਼ਨ ਦੇ ਉੱਤੇ ਕੋਈ ਪਰਸੈਂਟੇਜ ਵਧ ਗਈ, ਉਹਦਾ ਅਸੀਂ ਵਿਰੋਧ ਕਰਾਂਗੇ। ਸਭ ਮੈਂ ਮਨੀਸ਼ ਸਿਸੋਦੀਆ ਜੀ ਨੂੰ ਪੁੱਛਣਾ ਚਾਹੁੰਦਾ, ਸਿਸੋਦੀਆ ਸਾਹਿਬ 1 ਤਰੀਕ ਨੂੰ ਬਜਟ ਆਇਆ ਸੀਗਾ, ਸੀਤਾਰਮਨ ਜੀ ਨੇ 1 ਫਰਵਰੀ ਨੂੰ ਪੇਸ਼ ਕੀਤਾ। ਉਸ ਤੋਂ 10 ਦਿਨਾਂ ਦੀ ਬਾਅਦ ਮੇਰੇ ਕੋਲ 11 ਤਰੀਕ ਦੇ ਰੇਟ ਹੈ।
ਉਹਨਾਂ 10 ਦਿਨਾਂ ਦੇ ਅੰਦਰ 1 ਤਰੀਕ ਤੋਂ ਲੈ ਕੇ 11 ਫਰਵਰੀ ਤੱਕ ਜਿਹੜਾ ਡੀਜ਼ਲ ਦਾ ਰੇਟ ਹੈ 2 ਰੁਪਏ 10 ਪੈਸੇ, ਆਪਣਾ 2.25 ਰੁਪਏ ਵੱਧ ਗਿਆ, ਤੇ ਪੈਟਰੋਲ ਦਾ ਜਿਹੜਾ ਰੇਟ ਹੈ 2 ਰੁਪਏ 10 ਪੈਸੇ ਵੱਧ ਗਿਆ। ਉਹਦੇ ਤੇ ਕੋਈ ਬੋਲਦਾ ਹੀ ਨਹੀਂ, ਗੈਸ ਤੇ ਕੋਈ ਬੋਲਦਾ ਨਹੀਂ। ਗੈਸ ਦੀ ਕੀਮਤ ਅੱਧੀ ਹੋਣੀ ਚਾਹੀਦੀ ਸੀਗੀ, 440 ਤੇ ਛੱਡ ਕੇ ਗਏ ਸੀਗੇ, ਅੱਜ 760 ਨੂੰ ਹੱਥ ਪਾ ਲਿਆ। ਉਦੋਂ ਸਬਸਿਡੀ ਸੀਗੀ 260 ਰੁਪਏ, ਅੱਜ ਸਬਸਿਡੀ ਰਹੇਗੀ 22 ਰੁਪਏ। ਇਹਨਾਂ ਕੋਲ ਕੋਈ, ਇਹਨਾਂ ਦੇ ਜਿਹੜੇ ਵੋਟਰ ਹੈ, ਇਹਨਾਂ ਦੇ ਸਪੋਰਟਰ ਹੈ, ਉਹਨਾਂ ਕੋਲ ਸਪੈਸ਼ਲ ਕੂਪਨ ਹੈ, ਉਹਦੇ ਤੇ ਨਹੀਂ ਬੋਲਦੇ। ਕਿਉਂਕਿ ਉਹਦੇ ਨਾਲ ਮੋਦੀ ਸਾਹਿਬ ਦੀ ਬਦਨਾਮੀ ਹੋ ਜੂਗੀ, ਉਹਦੇ ਨਾਲ ਬੀਜੇਪੀ ਦੀ ਬਦਨਾਮੀ ਹੋ ਜੇਗੀ। ਉਹ ਬਦਨਾਮੀ ਕਰਨ ਤੋਂ ਅਕਾਲੀ ਵੀ ਡਰਦੇ ਹੈ, ਉਸ ਬਦਨਾਮੀ ਕਰਨ ਤੋਂ ਆਮ ਆਦਮੀ ਪਾਰਟੀ ਵੀ ਗੁਰੇਜ਼ ਕਰਦੀ ਹੈ, ਕਿਉਂਕਿ ਹੈ ਇੱਕੋ ਥੈਲੀ ਦੇ ਚੱਟੇ ਬੱਟੇ। ਇਹਨਾਂ ਦਾ ਮਕਸਦ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਕਾਂਗਰਸ ਨੂੰ ਉਹਦੇ ਖਿਲਾਫ ਇਹ ਮਿਲ ਕੇ ਕੰਮ ਕਰ ਰਹੇ ਐਜ਼ ਇੱਕ ਕੋਲੀਸ਼ਨ, ਜਿਵੇਂ ਕਰਦੇ ਨਾ, ਇਹ ਕੋਲੀਸ਼ਨ ਇਹਨਾਂ ਦੀ ਬਣੀ ਹੈ ਆਪਸ ਵਿੱਚ। ਅਕਾਲੀ ਆਮ ਆਦਮੀ ਪਾਰਟੀ ਮਿਲ ਕੇ, ਬਿਲਕੁਲ ਨਾ, ਆਮ ਬੀਜੇਪੀ ਨਾਲ ਮਿਲ ਕੇ, ਦੋਨੋਂ ਜਿਹੜੇ ਹੈ ਬੀਜੇਪੀ ਦੇ ਗੁਰਗੇ ਦੇ ਤੌਰ ਤੇ ਕੰਮ ਕਰ ਰਹੇ ਹੈ। ਉਹਨਾਂ ਨੂੰ ਇੱਥੇ ਪ੍ਰੈਸ਼ਰ ਪਿਆ, ਹੁਣ ਬੀਜੇਪੀ ਇਹਨਾਂ ਨੂੰ ਵੰਡਦੀ ਫਿਰਦੀ ਹੈ ਵੀ ਮੇਰੇ ਵੋਟ ਮੈਂ ਇੱਥੇ ਆਮ ਆਦਮੀ ਪਾਰਟੀ ਨੂੰ ਪਾ ਦਾਂਗੇ, ਇੱਥੇ ਅਸੀਂ ਅਕਾਲੀਆਂ ਨੂੰ ਪਾ ਦੇਂਗੇ। ਪਰ ਲੋਕ ਸਮਝਦਾਰ ਹੈ, ਲੋਕ ਸਮਝਦੇ ਆ ਪੰਕਜ ਜੀ, ਲੋਕ ਬੜੇ ਜਾਣੂ ਹੈ। ਇੱਕ ਸਵਾਲ ਜਿਹੜੇ ਲੋਕ ਪੁੱਛਦੇ ਹੈ, ਕੱਲ ਉਹਨਾਂ ਦਾ ਬਿਆਨ ਆਇਆ ਸਿਸੋਦੀਆ ਸਾਹਿਬ ਦਾ, ਮੈਂ ਸਮਝਦਾ ਸਿਸੋਦੀਆ ਸਾਹਿਬ ਬੜੇ ਸੁਲਝੇ, ਬੜੇ ਗੰਭੀਰ ਕਿਸਮ ਦੇ ਲੀਡਰ ਹੈ ਉਸ ਸਾਰੇ ਉਸ ਰਾਮ ਰੌਲੇ ਦੇ ਅੰਦਰ। ਪਰ ਉਹਨਾਂ ਦਾ ਬਿਆਨ ਆਇਆ ਵੀ ਅਸੀਂ ਛੇਤੀ ਪੰਜਾਬ ਵਾਸਤੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਅਸੀਂ ਪਾਲਣ ਲੱਗੇ ਹਾਂ ਤੇ ਪਾਲ ਲਾਂਗੇ। ਦੇਖੋ, ਮੇਰੇ ਰਾਜਨੀਤਿਕ ਹੈਗੇ ਖਿਲਾਫਤ ਔਨ ਮੈਟਰਸ ਆਫ ਪ੍ਰਿੰਸੀਪਲ ਭਗਵੰਤ ਮਾਨ ਜੀ ਨਾਲ, ਮੇਰਾ ਡਿਫਰੈਂਸ ਹੈ ਚੀਮਾ ਸਾਹਿਬ ਨਾਲ ਜਿਹੜੇ ਲੀਡਰ ਆਫ ਆਪੋਜੀਸ਼ਨ ਹੈ, ਮੇਰਾ ਡਿਫਰੈਂਸ ਹੈ ਜਿਹੜੇ ਇਹਨਾਂ ਦੇ ਉਹ ਪ੍ਰਵਕਤਾ ਹੈ ਅਰੋੜਾ ਜੀ ਨਾਲ। ਬਟ ਕੀ ਉਹ ਅੱਛੇ ਉਮੀਦਵਾਰ ਨਹੀਂ ਜਿਹੜੇ ਬਾਹਰ ਭਾਲਦੇ ਫਿਰਦੇ ਐ? ਸਿਸੋਦੀਆ ਜੀ ਵੀ ਬਾਹਰੋਂ ਕੋਈ ਭਾਲ ਕੇ ਲਿਆ ਕੇ ਆ ਰਹੇ ਆ ਵੀ ਕੋਈ ਹੋਰ ਸੀ, ਸਾਡੇ ਕੋਲ ਤਾਂ ਹੈ ਨਹੀਂ, ਆਊਟਸੋਰਸ ਕਰਨ ਲੱਗੇ। ਚੀਫ ਮਿਨਿਸਟਰ ਦੀ ਪੋਸਟ ਆਊਟਸੋਰਸ ਹੋਣ ਲੱਗੀ ਹੈ ਕਿ ਵੀ ਸਾਡੇ ਕੋਲ ਤਾਂ ਹੈ ਨਹੀਂ ਜੀ, ਬਾਹਰੋਂ ਕਿਤੇ ਲੈ ਕੇ ਆਵਾਂਗੇ, ਡੈਪੂਟੇਸ਼ਨ ਤੇ ਲੈ ਕੇ ਆਵਾਂਗੇ। ਮੈਨੂੰ ਆ ਵੀ ਸ਼ਾਇਦ ਹੈਰਾਨੀ ਨਾ ਹੋਵੇ ਜੇ ਕੱਲ ਮੈਂ ਸਵੇਰੇ ਅਖਬਾਰ ਖੋਲਾਂ ਤੇ ਪਤਾ ਲੱਗੇ ਵੀ एक अदद उम्मीदवार मुख्यमंत्री के लिए ज़रूरत है, जो इसके लिए केपेबल हैं, वो आके अप्लाई करें। सिसोदिया साहब और केजरीवाल साहब इंटरव्यू लेंगे। अच्छी अचकन की जरूरत है। अचकन वाले तो मेरे को पंजाब 'ਚ बहुत सारे इत्थे भटकदी आत्मावां फिरदियां ਜਿਹੜੇ ਕੋਈ ਜਿਹੜੇ ਕੱਲ ਤੇ ਅਕਾਲੀਆਂ ਨੂੰ ਗਾਲਾਂ ਕੱਢਦੇ ਸੀ ਅੱਜ ਜਾ ਕੇ ਉਹਨਾਂ ਦੇ ਪੈਰਾਂ 'ਚ ਬੈਠੇ ਹੈ। ਕੋਈ ਇੱਥੋਂ ਛੱਡ ਕੇ ਕੋਈ ਜਾ ਕੇ ਉਧਰ ਮੋਰਚੇ 'ਚ ਜਾ ਕੇ ਬਹਿ ਗਏ। ਕਈ ਆਮ ਆਦਮੀ ਪਾਰਟੀ ਵਾਲੇ ਭਟਕਦੇ ਫਿਰ ਰਹੇ ਜਿਨ੍ਹਾਂ ਦਾ ਅਜੇ ਤਾਂ ਹੀ ਨਹੀਂ ਪਤਾ ਵੀ ਕੌਣ ਕਿੱਥੇ ਹੈ। ਉਹਨਾਂ ਦੇ ਨਾਲ ਹੈ ਕਿ ਛੱਡ ਗਏ ਕਿ ਖਹਿਰਾ ਸਾਹਿਬ ਵੀ ਹੈਗੇ, ਆਪਣੇ ਸੰਧੂ ਸਾਹਿਬ ਵੀ ਹੈ, ਬੜੇ ਕੈਪੇਬਲ ਬੰਦੇ ਇਹਨਾਂ ਕੋਲ ਸੀਗੇ। ਹੁਣ ਸਿਸੋਦੀਆ ਤੇ ਅੰਦਰੋਂ ਹੀ ਦੇਣਗੇ ਨਾ, ਪੰਜਾਬ ਦੇ ਅੰਦਰੋਂ ਹੀ ਕੋਈ ਹੋਏਗਾ। ਪੰਜਾਬ ਵੀ ਕੋਈ ਜ਼ਰੂਰੀ ਨਹੀਂ ਸਭ ਤੁਸੀਂ ਕਹਿ ਰਹੇ ਹੋ ਦਿੱਲੀ ਤੋਂ ਆਏਗਾ। ਭਾਲ ਰਹੇ ਕਿਤੋਂ ਵੀ ਲੈ ਕੇ ਜਦੋਂ ਐਡਵਰਟਾਈਜ਼ਮੈਂਟ ਕੱਢਣਗੇ ਤਾਂ ਡਿਪੈਂਡ ਕਰਦਾ ਵੀ ਕਿਹੜਾ ਦਾਇਰਾ ਰੱਖਣਗੇ। ਵੀ ਨਾਰਥ ਇੰਡੀਆ 'ਚੋਂ ਚਾਹੀਦਾ ਹੈ, ਕੋਈ ਦਿੱਲੀੋਂ ਸ਼ਾਇਦ ਆ ਜੇ ਜਾਂ ਕਿਤੇ ਐਡਵਰਟਾਈਜ਼ਮੈਂਟ ਹੈ। ਕੈਪੇਬਲ ਬੰਦਾ ਚਾਹੀਦਾ ਸਾਨੂੰ। 2017 ਚ ਸ਼ਾਇਦ ਇਸੇ ਕਰਕੇ ਆ ਰਹੇ ਸੀ, ਮੁੱਖ ਮੰਤਰੀ ਦਾ ਚਿਹਰਾ ਨਹੀਂ ਲਾਣੇ ਸੀ। ਇਸ ਵਾਰ ਤੁਹਾਨੂੰ ਲੱਗ ਰਿਹਾ ਕਿ 22 ਤੋਂ ਪਹਿਲਾਂ ਚਿਹਰਾ ਲਾਣਾ ਕੋਈ ਨਾ ਕੋਈ ਐਡਵਰਟਾਈਜ਼ਮੈਂਟ ਦਾ ਮੇਰੇ ਖਿਆਲ ਤਾਂ ਆ ਜਾਣੀ ਚਾਹੀਦੀ ਹੈ। ਐਡਵਰਟਾਈਜ਼ਮੈਂਟ ਇੱਕ ਦੋ ਦਿਨਾਂ 'ਚ, ਕਿਉਂਕਿ ਤੁਸੀਂ ਦੇਖੋ ਇਹਨਾਂ ਦੇ ਆંકੜੇ ਕੱਢ ਕੇ ਦੇਖੋ, ਮੇਰੇ ਖਿਆਲ 'ਚ ਜਿੰਨਾ ਖਰਚਾ ਕੇਜਰੀਵਾਲ ਸਾਹਿਬ ਸਰਕਾਰ ਨੇ ਐਡਵਰਟਾਈਜ਼ਮੈਂਟਸ ਤੇ ਕੀਤਾ, ਦਿੱਲੀ ਦੀ ਸਰਕਾਰ ਹੈ ਐਡਵਰਟਾਈਜ਼ਮੈਂਟ ਕਰੀ ਹੈ ਨੈਸ਼ਨਲ ਅਖਬਾਰਾਂ ਦੇ ਅੰਦਰ, ਮਾਰ 1500 ਕਰੋੜ ਰੁਪਇਆ ਦਾ ਐਡਵਰਟਾਈਜ਼ਮੈਂਟ ਬਜਟ ਹੋਣਾ ਇਹਨਾਂ ਦਾ। ਉਸ 'ਚ ਕੋਈ ਨਾ ਕੋਈ ਅੱਛਾ ਕੈਂਡੀਡੇਟ ਭਾਲ ਕੇ ਲੈ ਆਣਗੇ। ਸਾਡੇ ਲੋਕ ਵੀ ਕਿਸੇ ਕੰਮ ਲੱਗ ਜਾਣਗੇ ਜਿਹੜੇ ਇੱਥੇ ਤੁਰੇ ਫਿਰਦੇ ਬਾਹਰ ਇੱਧਰ ਉੱਧਰ ਅਚਕਲਾਂ ਲਈ ਵੀ, ਜਿਹੜੇ ਸ਼ਾਇਦ ਅਜ ਤਾਈਂ ਮੁੱਖ ਮੰਤਰੀ ਦੀ ਐਂਬੀਸ਼ਨਸ ਲਈ ਫਿਰਦੇ ਸੀ, ਪੂਰੀ ਨਹੀਂ ਹੋਈਆਂ, ਉਹ ਜਾ ਕੇ ਜੁਆਇਨ ਕਰ ਲੈਣਗੇ। ਕਾਂਗਰਸ ਤੋਂ ਵੀ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਨਹੀਂ, ਮੈਂ ਪੰਜਾਬ ਦੀ ਗੱਲ ਕਰੀ ਜਾਂਦਾ। ਪੰਜਾਬ 'ਚ ਭਟਕਦੀ ਆਤਮਾਵਾਂ ਬਹੁਤ ਫਿਰ ਰਹੀਆਂ। ਜਿਹੜੇ ਮੈਂ ਜਿਨ੍ਹਾਂ ਦੇ ਨਾਂ ਜਿਹੜੇ ਜਾ ਕੇ ਉੱਥੇ ਅਕਾਲੀਆਂ ਦੇ ਪੈਰਾਂ 'ਚ ਬੈਠੇ, ਉਹ ਕੌਣ ਲੋਕ ਹੈ? ਜਿਹੜੇ ਜਾ ਕੇ ਦੂਜੇ ਉਹਨਾਂ 'ਚ ਜਾ ਕੇ ਬੈਠੇ, ਉਹ ਲੋਕ ਕੌਣ ਹੈ? ਇਹਨਾਂ ਦੇ ਆਪ ਦੇ ਵੀ ਮੈਂ ਕਹਿ ਰਿਹਾ ਬੜੇ ਅੱਛੇ ਕੈਂਡੀਡੇਟ ਹੈ ਜਿਨ੍ਹਾਂ ਨੂੰ ਛੱਡ ਕੇ ਖਹਿਰਾ ਸਾਹਿਬ ਮਾੜੇ ਚੀਫ ਮਿਨਿਸਟਰ ਦੇ ਤੌਰ ਤੇ, ਕੰਵਰ ਸੰਧੂ ਜੀ ਮਾੜੇ ਹੈ, ਬੜੇ ਐਕਸਪੀਰੀਅੰਸਡ ਬੰਦੇ ਹੈ, ਫਿਰ ਬਾਹਰ ਭਾਲਦੇ ਫਿਰਦੇ। ਅਚਕਲਾਂ ਦੇਖ ਲਓ ਕਿਹਦੇ ਕਿਹਦੇ ਕੋਲ ਅਚਕਨ ਪਈ ਹੈ, ਉਹ ਜੁਆਇਨ ਕਰ ਲੈਣਗੇ। ਸੋ ਇੱਕ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਭਰਤ ਭੂਸ਼ਣ ਆਸ਼ੂ ਹੋਰਾਂ ਦੀ ਹੋਈ, ਰੂਰਲ ਡਿਵੈਲਪਮੈਂਟ ਫੰਡ ਨੂੰ ਲੈ ਕੇ, ਹੋਰ ਕਈ ਸਾਰੀ ਕਿਸਾਨੀ ਮਸਲਿਆਂ ਨੂੰ ਲੈ ਕੇ ਗੱਲਬਾਤ ਹੋਈ। ਰੂਰਲ ਡਿਵੈਲਪਮੈਂਟ ਫੰਡ ਰੁਕਿਆ, ਕਿਸ ਤਰੀਕੇ ਦੇ ਨਾਲ ਦੇਖਦੇ? ਬਹੁਤ ਸਰਾਸਰ ਧੱਕਾ ਹੋ ਰਿਹਾ ਪੰਜਾਬ ਦੇ ਨਾਲ। ਕੱਲ ਜਦੋਂ ਅਸੀਂ ਮਹਿੰਗਾਈ ਤੇ ਆંકੜੇ ਕਰ ਰਹੇ ਸੀ, ਉਸ ਟਾਈਮ ਮੈਂ ਕਢਾ ਕੇ ਆંકੜੇ ਸਾਰੇ ਫਰੋਲ ਕੇ ਲੋਕਾਂ ਨੂੰ ਮੈਂ ਸਾਂਝੇ ਕਰਕੇ ਆਇਆ। ਪੰਜਾਬ ਦੇ ਅੰਦਰ ਕੱਲੇ ਪੰਜਾਬ ਚੋਂ ਕਰੀਬਨ 22 ਕਰੋੜ ਲੀਟਰ ਸਾਹਿਬ ਡੀਜ਼ਲ ਤੇ 9 ਕਰੋੜ ਲੀਟਰ ਜਿਹੜਾ ਪੈਟਰੋਲ ਹਰ ਮਹੀਨੇ ਇੱਥੇ ਖਪਤ ਹੁੰਦੀ ਹੈ। ਉਹਦੇ ਤੇ ਜਿਹੜਾ ਆ ਇਹਨਾਂ ਨੇ, ਮੈਂ ਸਮਝਦਾ ਵੀ ਆ ਜਿਹੜਾ ਰੇਟ ਵਧੇ ਹੈ 25-30 ਰੁਪਏ ਜਦੋਂ ਦੀ, ਜਿਸ ਹਿਸਾਬ ਅੱਬਲ ਤਾਂ ਹੋਣੇ ਚਾਹੀਦੇ ਸੀ ਅੱਧੇ,
ਅੱਧੇ ਤਾਂ ਹੋਏ ਨਹੀਂ, ਉਹਨੂੰ ਤਾਂ ਮੈਂ ਛੱਡ ਦੇਣਾ। ਜਿਹੜੀ ਇਨਕਰੀਜ਼ ਹੋਈ ਹੈ ਇਹਨਾਂ ਦਿਨਾਂ 'ਚ, ਮੈਂ ਉਸ 25-30 ਰੁਪਏ ਦੀ ਇਨਕਰੀਜ਼ ਦੀ ਗੱਲ ਕਰਦਾ, ਉਹਨੂੰ ਇਹਦੇ ਨਾਲ 3 ਕਰੋੜ ਮੋਟਾ ਲੈ ਕੇ ਚੱਲੀਏ, 30 ਕਰੋੜ ਲੀਟਰ ਜਿਹੜਾ ਤੇਲ ਫੂਕਿਆ ਜਾਂਦਾ ਹੈ ਪੈਟਰੋਲ ਤੇ ਡੀਜ਼ਲ ਮਿਲਾ ਕੇ, ਉਹਦਾ ਅਗਰ 25 ਰੁਪਏ ਵੀ ਆਪਾਂ ਲੈ ਕੇ ਚੱਲੀਏ ਤੇ 750 ਕਰੋੜ ਰੁਪਇਆ ਮਹੀਨੇ ਦਾ ਸਾਡੇ ਤੋਂ ਇਹਨਾਂ ਟੈਕਸਿਸ ਦਾ ਸਰਕਾਰ ਲੈ ਕੇ ਮੋਦੀ ਸਾਹਿਬ ਦੀ ਸਰਕਾਰ ਜਾ ਰਹੀ ਹੈ। ਤੇ ਸਾਨੂੰ ਪੁੱਛਦੇ ਵੀ 1200 ਕਰੋੜ ਦਾ ਹਿਸਾਬ ਦਿਓ, ਤੁਸੀਂ ਕਿੱਥੇ ਖਰਚ ਕਰੋਗੇ? ਜੇ ਪੰਜਾਬ ਵਾਲੇ ਪੁੱਛਣ ਲੱਗੇ ਮੋਦੀ ਸਾਹਿਬ ਆਹ ਦੱਸੋ ਸਾਡੇ ਜਿਹੜੇ 10-11 ਹਜ਼ਾਰ ਕਰੋੜ ਰੁਪਏ ਜਿਹੜਾ ਫालतू ਟੈਕਸ ਲੈ ਕੇ ਲਈ ਜਾਂਦੇ ਹੋ, ਆ ਕਿੱਥੇ? ਆ ਦੱਸੋ। ਗਲਤ ਕਰ ਰਹੇ, ਪੰਜਾਬ ਦੇ ਨਾਲ ਧੱਕਾ ਕਰ ਰਹੇ। ਸਾਡਾ ਹੱਕ ਹੈ ਜਿਹੜਾ RDF ਦਾ, ਸਾਡਾ ਹੱਕ ਹੈ। GST ਰੋਕੀ ਬੈਠੇ 12,000 ਕਰੋੜ ਦੀ, ਦੇਣਾ ਇਹਨਾਂ ਨੇ ਕਿਸੇ ਨਿਰਾ ਧੱਕਾ ਕਰੀ ਜਾਂਦੇ। ਇਸ ਕਰਕੇ ਮੇਰਾ ਕਹਿਣਾ ਹੈ ਇਹਨਾਂ ਨੂੰ ਜਵਾਬ ਲੋਕਤਾਂਤਰਿਕ ਤਰੀਕੇ ਨਾਲ, ਇੱਕ ਲੋਕਤਾਂਤਰਿਕ ਤਰੀਕੇ ਨੂੰ ਜਵਾਬ ਦੇਣਾ। ਅਗਰ ਤੁਸੀਂ ਸਮਝਦੇ ਹੋ ਕਿਸੇ ਨੂੰ ਧਮਕੀ ਦੇਣਾ ਤਾਂ ਧਮਕੀ ਮੰਨ ਲੈਣ, ਪਰ ਮੈਂ ਲੋਕਾਂ ਨੂੰ ਬੇਨਤੀ ਹੈ ਬੋਲਣ ਦਿਓ, ਇਹਨਾਂ ਨੂੰ ਜਿੱਥੇ ਜਾਂਦੇ ਜਾਣ ਦਿਓ। ਮੈਂ ਤਾਂ ਇਨਫੈਕਟ ਫੇਰ ਤੁਹਾਡੇ ਚੈਨਲ ਤੋਂ ਮੈਂ ਅਸ਼ਵਨੀ ਸ਼ਰਮਾ ਜੀ ਨੂੰ ਬੇਨਤੀ ਕਰੂੰਗਾ, ਆਓ, ਤੁਹਾਨੂੰ ਕਿਸੇ ਗੱਲ ਦੀ ਡਰਨ ਦੀ ਲੋੜ ਨਹੀਂ। ਮੈਂ ਸਾਰਿਆਂ ਨੂੰ ਬੇਨਤੀ ਕਰਕੇ ਉੱਥੇ ਆਪਾਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਚਲੀਏ, ਤੁਸੀਂ ਬੈਠ ਕੇ ਉੱਥੇ ਸਮਝਾਓ ਤਾਂ ਸਹੀ ਵੀ ਸਾਨੂੰ ਅਨਪੜ੍ਹਾਂ ਨੂੰ ਨਹੀਂ ਪਤਾ ਵੀ ਜਿਹੜੇ ਗੁਣ ਤੁਸੀਂ ਪਾਈ ਜਾਂਦੇ ਹੋ ਇਹਦੇ ਤੁਹਾਨੂੰ ਪਾੜ ਲਏ, ਤੁਸੀਂ ਦੱਸੋ, ਭੱਜੀ ਜਾਂਦੇ ਆ। ਇੱਕ ਤੁਹਾਡੇ ਮਾਧਿਅਮ ਤੋਂ ਮੈਂ ਕਹਿਣਾ ਚਾਹੂੰਗਾ, ਇਸ ਤਰ੍ਹਾਂ ਦੀ ਮੈਂ ਬੇਨਤੀ ਕੀਤੀ ਸੀ ਸਨੀ ਦਿਓਲ ਜੀ ਨੂੰ ਜਦੋਂ ਆਏ ਸੀ। ਮੈਂ ਕਿਹਾ ਜੀ ਆਓ ਆਪਾਂ ਬੈਠ ਕੇ ਡਿਸਕਸ ਕਰ ਲਈਏ। ਤੁਸੀਂ ਨਿਊਜ਼ 18 ਤੇ ਤੁਸੀਂ ਮੇਰੇ ਨਾਲ ਇੰਟਰਵਿਊ ਚ ਕੀਤਾ, ਮੈਂ ਕਿਹਾ ਸੀ ਉਹ ਆਓ ਆਪਾਂ ਬੈਠ ਕੇ, ਉਹ ਭੱਜ ਗਏ, ਨਹੀਂ ਮੰਨੇ। ਭਾਨੇਵਾਲ ਕਹਿੰਦੇ ਨਹੀਂ ਮੈਂ ਮੇਰੇ ਕੋ ਬੋਲਣਾ। ਫਿਰ ਕੀ ਹਾਲਾਤ ਹੋਏ ਜੀ, ਲੋਕ ਪਾਲਦੇ ਫਿਰਦੇ। ਆਹੀ ਹਾਲਾਤ ਇਹਨਾਂ ਦੀ ਹੈ। ਮੈਂ ਬਾਰ-ਬਾਰ ਇਹਨਾਂ ਨੂੰ ਕਹਿ ਰਿਹਾ ਅਸ਼ਵਨੀ ਸ਼ਰਮਾ ਜੀ, ਮੈਂ ਤੁਹਾਨੂੰ ਕੋਈ ਕਹਿਣ ਨਹੀਂ ਲੱਗਿਆ, ਬੜੇ ਇੱਜ਼ਤ ਮਾਨ ਨਾਲ ਤੁਸੀਂ ਬੜੇ ਸਤਿਕਾਰਯੋਗ ਹੋ, ਆਓ ਬੈਠ ਕੇ ਗੱਲ ਕਰੀਏ। ਭੱਜੀ ਜਾਂਦੇ ਆ ਕਿਉਂ? ਕਿਉਂਕਿ ਉਹਨਾਂ ਕੋਲ ਕਹਿਣ ਨੂੰ ਕੁਛ ਹੈ ਨਹੀਂ। ਸਨੀ ਦਿਓਲ ਜੀ ਕੋਲ ਕੁਛ ਕਹਿਣ ਨੂੰ ਹੈ ਨਹੀਂ ਸੀ, ਪਤਾ ਲੱਗਿਆ ਹੁਣ ਲੋਕਾਂ ਨੂੰ ਬੜਾ ਲੇਟ ਪਤਾ ਲੱਗਿਆ। ਇਸੇ ਤਰ੍ਹਾਂ ਹੀ ਆ ਕਰ ਰਹੇ ਹੈ। ਕਿਉਂ ਸਿੱਧੂ ਨੂੰ ਅੱਜ ਲਾਲ ਕਿਲੇ ਲੈ ਕੇ ਗਏ ਹੈ, ਸਨੀ ਦਿਓਲ ਦੇ ਪੁਰਾਣੇ ਸਾਥੀ ਰਹੇ ਆ। ਹਾਲਾਂਕਿ ਸਨੀ ਦਿਓਲ ਹੁਣ ਕਹਿ ਰਹੇ ਮੇਰਾ ਕੋਈ ਨਾਤਾ ਨਹੀਂ, ਲਾਲ ਕਿਲੇ ਜੋ ਕੁਝ ਹੋਇਆ ਹੁਣ ਉੱਥੇ ਪੁਲਿਸ ਜਿਹੜੀ ਪੁੱਛਗਿੱਛ ਕਰ ਰਹੀ ਹੈ। ਦੀਪ ਸਿੱਧੂ ਨੂੰ ਨਾਲ ਲੈ ਕੇ ਗਈ, ਲੱਗਦਾ ਕੋਈ ਖੁਲਾਸੇ ਹੋਣਗੇ। ਦੀਪ ਸਿੱਧੂ ਨੇ ਪਹਿਲਾਂ ਕਿਹਾ ਸੀ ਮੈਂ ਕੁਝ ਖੁਲਾਸੇ ਕਰਾਂਗਾ। ਦੇਖੋ ਖੁਲਾਸੇ ਤਾਂ ਲੋਕਾਂ ਨੂੰ ਤਾਂ ਖੁਲਾਸੇ ਹੋਏ ਪਏ ਸਭ ਲੋਕ। ਪੰਕਜ ਜੀ ਲੋਕ ਬੜੇ ਸਮਝਦਾਰ ਹੈ। ਲੋਕਾਂ ਨੂੰ ਤੁਸੀਂ ਐਵੇਂ ਚ ਹੋ ਸਕਦਾ ਸਕੂਲ ਕਾਲਜ ਨਹੀਂ ਗਏ ਹੁਣ, ਪਰ ਸਮਝਦੇ ਉਹ ਮਗਰਮੱਛੀ ਆਂਸੂਆਂ ਦੇ ਵਿੱਚ ਤੇ ਟਕੈਤ ਦੇ ਆਂਸੂਆਂ 'ਚ ਉਹਨਾਂ ਨੂੰ ਫਰਕ ਪਤਾ ਹੈ ਸਭ, ਵੀ ਕਿਹੜਾ ਬੰਦਾ ਕਿਸੇ ਵੇਦਨਾ ਦਰਦ ਜਾਂ ਕਿਸੇ ਭਾਵ ਨਾਲ ਕਰ ਰਿਹਾ ਤੇ ਕਿਹੜਾ ਬੰਦਾ ਜਿਵੇਂ ਫਿਲਮਾਂ 'ਚ ਗਲੈਸਰੀਨ ਪਾ ਕੇ ਆਂਸੂ ਟਪਕਾਉਣ ਲੱਗ ਜਾਂਦੇ। ਸਮਝਦੇ ਆ ਸਾਹਿਬ ਆ ਕਿਹਦਾ ਨੁਮਾਇੰਦਾ ਕਿਹਦਾ ਹੈ। ਅੱਜ ਇਹਨੂੰ ਲੈ ਕੇ ਗਏ ਹੈ, ਮੈਨੂੰ ਦੱਸਣ ਵੀ ਇਹਨਾਂ ਦੀ ਮੋਦੀ ਸਾਹਿਬ ਤਾਈਂ ਪਹੁੰਚ ਕਿਵੇਂ ਹੋਈ, ਅਮਿਤ ਸ਼ਾਹ ਜੀ ਤਾਈਂ ਪਹੁੰਚ ਕਿਵੇਂ ਹੋਈ। ਇਹ ਸਿੱਧੇ ਜਾ ਕੇ ਇੱਕੋ ਬੰਦਾ ਸੀ ਜਿਹੜਾ ਆਸ਼ੀਰਵਾਦ ਉਹਨਾਂ ਨੂੰ ਸਨੀ ਨੂੰ ਦੋਨਾਂ ਤੋਂ ਦਵਾ ਕੇ ਲੈ ਕੇ ਆਇਆ, ਮੋਦੀ ਸਾਹਿਬ ਤੋਂ ਵੀ ਟਿਕਟ ਲੈਣ ਦੇ ਬਾਅਦ ਗੁਰਦਾਸਪੁਰ ਦੀ ਉੱਥੇ ਜਾ ਕੇ ਉਹਨਾਂ ਨੂੰ ਆਸ਼ੀਰਵਾਦ ਲੈ ਕੇ ਆਏ। ਇਹਦੇ ਬਾਅਦ ਕੌਣ ਪੜਤਾਲ ਕਰੂਗਾ, ਕਿਹੜੇ ਖੁਲਾਸੇ ਹੋਣੇ? ਖੁਲਾਸੇ ਤਾਂ ਹੋ ਗਏ। ਹੁਣ ਆਪਾਂ ਕਹਿ ਦਈਏ ਅੱਖਾਂ ਮੀਚ ਕੇ ਬੈਠੇ ਰਹੀਏ ਨਹੀਂ ਜੀ ਖੁਲਾਸੇ ਹੋਣੇ, ਖੁਲਾਸੇ ਤਾਂ ਹੈਗੇ, ਲੋਕਾਂ ਨੂੰ ਖੁਲਾਸੇ ਹੈ। ਸਰਕਾਰ ਨੇ ਕੋਈ ਇਹਦੇ ਤੇ ਲੀਪਾਪੋਤੀ ਕਰਨੀ ਹੈ ਕਰ ਲੂਗੀ, ਸਭ ਕਿਤੇ ਲਈ ਫਿਰਨ ਉਹਨੂੰ, ਉਹਨੇ ਤਾਂ ਆਪਣੀ ਗੱਲ ਕਹਿਤੀ। ਅੱਛਾ, ਕਿਸਾਨ 2 ਮਹੀਨਾ ਤੋਂ ਸੜਕਾਂ ਤੇ ਬੈਠੇ, ਮਸਲਾ ਪਾਰਲੀਮੈਂਟ ਤੱਕ ਗੂੰਜ ਰਿਹਾ। ਰਾਹੁਲ ਗਾਂਧੀ ਬੋਲੇ, ਅਨੁਰਾਗ ਠਾਕੁਰ ਨੇ ਜਵਾਬ ਦਿੱਤਾ, ਰਵਨੀਤ ਬਿੱਟੂ ਬੋਲੇ, ਅਨੁਰਾਗ ਠਾਕੁਰ ਨੇ ਜਵਾਬ ਦਿੱਤਾ, ਨਿਰਮਲਾ ਸੀਤਾਰਮਨ ਬੋਲੇ, ਫਿਰ ਕਾਂਗਰਸ ਨੇ ਜਵਾਬ ਦਿੱਤਾ। ਲੇਕਿਨ ਗੱਲਬਾਤ ਦਾ ਸਿਲਸਿਲਾ ਰੁਕਿਆ ਹੋਇਆ। ਕਿਸ ਤਰੀਕੇ ਦੇ ਨਾਲ ਇਹ ਅੰਦੋਲਨ ਮੁੱਕੇਗਾ, ਕਿਸ ਤਰੀਕੇ ਦੇ ਨਾਲ ਕਿਸਾਨ ਵਾਪਸ ਪਰਤਣਗੇ, ਕਿਉਂਕਿ 200 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਔਰ ਸੰਸਦ 'ਚ ਲਗਾਤਾਰ ਬਜਟ ਸੈਸ਼ਨ 'ਚ ਵੀ ਇਹੀ ਮੁੱਦਾ ਗੂੰਜਦਾ ਰਿਹਾ। ਬਿਲਕੁਲ ਗੂੰਜਦਾ ਰਿਹਾ ਸਾਹਿਬ, ਗੂੰਜਦਾ ਰਹੇ। ਉਹਨਾਂ ਨੂੰ ਤਾਂ ਦੇਖੋ 200 ਮੌਤਾਂ ਦੀ ਤੁਸੀਂ ਜ਼ਿਕਰ ਕੀਤਾ, ਕਿਤੇ ਪਾਰਲੀਮੈਂਟ 'ਚ ਜਾਂ ਪ੍ਰਧਾਨ ਮੰਤਰੀ ਕਨਿਓ ਕਿਤੇ ਇੱਕ ਸੰਵੇਦਨਾ ਦਾ ਸ਼ਬਦ ਆਇਆ ਸਾਹਿਬ, ਕਿਤੇ ਖੜੇ ਹੋ ਕੇ ਕਹਿ ਦਿੰਦੇ। ਇਨਫੈਕਟ ਰਾਹੁਲ ਜੀ ਨੂੰ ਆਹ ਕਹਿਣਾ ਪਿਆ ਵੀ ਸਦਨ ਖੜਾ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਵੇ 2 ਮਿੰਟ ਖੜੇ ਹੋ ਕੇ। ਇੱਕਾ ਦੁੱਕਾ ਕੋਈ ਕਿਸੇ ਕੋਈ ਫਿਲਮੀ ਕਲਾਕਾਰ ਕਿਤੇ ਫੌਤ ਹੋ ਜਾਂਦੀ ਹੈ, ਉਹਦੇ ਵਾਸਤੇ ਵੀ ਕਹਿੰਦੇ ਜੀ ਉਹਨੂੰ ਸੰਤਾਵਨਾ ਵਾਸਤੇ ਕਰ ਦਿਓ, ਪਰਿਵਾਰ ਵਾਸਤੇ। 200 ਬੰਦੇ ਮਾਰੇ ਗਏ, ਸੁਣੀ ਨਹੀਂ ਤੁਸੀਂ? ਅਹੰਕਾਰ ਦੇ ਘੋੜੇ ਤੋਂ ਜਦੋਂ ਤਾਈਂ ਨਹੀਂ ਉਤਰਦੇ ਸਾਹਿਬ, ਉਦੋਂ ਤਾਈਂ ਨਾ ਤੇ ਗੱਲਬਾਤ ਹੋਣੀ। ਇੱਕ ਪਾਸੇ ਗੱਲਬਾਤ ਕਰੀ ਜਾਂਦੇ ਹੋ, ਦੂਜੇ ਪਾਸੇ ਗੱਲਬਾਤ ਲੋਕਤੰਤਰ 'ਚ ਹੁੰਦੀ ਹੈ ਜੀ। ਲੋਕਤੰਤਰ ਇਜ਼ ਬੇਸਡ ਔਨ ਅ ਡਾਇਲੌਗ, 2 ਵੇ ਡਾਇਲੌਗ। ਮਨ ਕੀ ਬਾਤ ਨਹੀਂ, ਦੋਨਾਂ ਦੀ ਸੁਣੋ, ਆਪਣੀ ਕਹਿਣਾ ਸਾਡੀ ਸੁਣੋ, ਉਹਦਾ ਕੋਈ ਹੱਲ ਨਿਕਲ ਆਉਂਦਾ। ਪਰ ਗੱਲਬਾਤ ਤਾਂ ਉਦੋਂ ਹੋਵੇ ਜਦੋਂ ਲੋਕਤੰਤਰ ਕਾਇਮ ਹੋਵੇ ਸਾਹਿਬ। ਆ ਜਿਹੜੀਆਂ ਕਿੱਲਾਂ ਠੋਕੀਆਂ ਨਾ ਉੱਥੇ ਸੜਕ ਦੇ ਅੰਦਰ, ਸੜਕ 'ਚ ਕਿੱਲਾਂ ਨਹੀਂ ਠੋਕੀਆਂ ਸਾਹਿਬ, ਮੇਰੀ ਗੱਲ ਅੱਜ ਨੋਟ ਕਰ ਲਓ। ਆ ਕਿੱਲਾਂ ਲੋਕਤੰਤਰ ਦੀ ਛਾਤੀ 'ਚ ਠੋਕੀਆਂ।
ਆ ਜਿਹੜਾ ਡਾਇਲੋਗ ਕਿਸੇ ਪ੍ਰੋਟੈਸਟ ਦਾ ਅੱਜ ਬਿਆਨ ਉੱਥੋਂ ਆ ਗਏ, ਬਿਹਾਰ ਗਵਰਨਮੈਂਟ ਦੇ ਆ ਗਏ, ਦੂਜੀ ਇਹਨਾਂ ਦੀ ਬੀਜੇਪੀ ਗਵਰਨਮੈਂਟਸ ਦੇ ਆ ਗਏ ਵੀ ਜਿਹੜਾ ਬੰਦਾ ਪ੍ਰੋਟੈਸਟ 'ਚ ਸ਼ਾਮਿਲ ਹੋਊਗਾ ਉਹਨੂੰ ਸਰਕਾਰੀ ਨੌਕਰੀ ਨਹੀਂ ਦੇਣੀ, ਜਿਹੜਾ ਬੰਦਾ ਪ੍ਰੋਟੈਸਟ 'ਚ ਸ਼ਾਮਿਲ ਹੋਊਗਾ ਉਹਨੂੰ ਡਰਾਈਵਿੰਗ ਲਾਇਸੈਂਸ ਨਹੀਂ ਦੇਣਾ, ਜਿਹੜਾ ਬੰਦਾ ਪ੍ਰੋਟੈਸਟ 'ਚ ਸ਼ਾਮਿਲ ਹੋ ਗਿਆ ਉਹਨੂੰ ਪਾਸਪੋਰਟ ਨਹੀਂ ਦੇਣਾ। ਮਸਲੇ ਦਾ ਹੱਲ ਨਿਕਲੇਗਾ ਕਿਵੇਂ? ਮਸਲਾ ਹੰਕਾਰ ਛੱਡ ਕੇ ਕਾਲੇ ਕਾਨੂੰਨ ਵਾਪਸ ਲੈ ਲੈਣ, ਕਿਸਾਨਾਂ ਨਾਲ ਬੈਠ ਕੇ ਨਵੇਂ ਲੈ ਆਉਣ ਕਾਨੂੰਨ। ਸਰਕਾਰ ਕਹਿ ਰਹੀ ਕਿ ਕਾਨੂੰਨ ਵਾਪਸ ਨਹੀਂ, ਬਾਕੀ ਸੋਧਾਂ ਕਰਵਾ ਲਓ। ਫਿਰ ਕਿਉਂ ਸੋਧਾ ਕਿਉਂ ਨਾ ਵਾਪਸ? ਉਹੀ ਕਿਸਾਨ ਕਹਿ ਰਹੇ ਵੀ ਨਵੇਂ ਸਿਰੇ ਤੋਂ ਬਣਾ ਲਓ ਸਾਰਾ ਕਾਨੂੰਨ, ਆਜੋ ਬੈਠ ਕੇ ਨਵਾਂ ਬਣਾ ਲੈਂਦੇ। ਅਸੀਂ ਨਹੀਂ ਕਹਿੰਦੇ ਵੀ ਇਸ 'ਚ ਫੂਲ ਪ੍ਰੂਫ ਸਿਸਟਮ ਹੈ, ਹਰੇਕ ਸਿਸਟਮ ਦੇ ਅੰਦਰ ਇੰਪਰੂਵਮੈਂਟ ਦੀ ਗੁੰਜਾਇਸ਼ ਹੁੰਦੀ ਹੈ, ਪਰ ਜਿਹੜਾ ਅਖਤਿਆਰ ਹੀ ਨਹੀਂ ਉਹਨਾਂ ਕੋਲ ਸਾਹਿਬ, ਜਿਹੜਾ ਅਖਤਿਆਰ ਨਹੀਂ ਕੇਂਦਰ ਸਰਕਾਰ ਕੋਲ, ਉਹ ਅਖਤਿਆਰ ਇਸਤੇਮਾਲ ਕਰਕੇ ਹੁਣ ਕਹਿੰਦੇ ਉਹ ਤਾਂ ਅਸੀਂ ਵਾਪਸ ਨਹੀਂ ਲੈਂਦੇ। ਕਿਉਂ? ਉਹ ਐਸਟੈਬਲਿਸ਼ ਕਰਨਾ ਚਾਹੁੰਦੇ ਹੈ ਵੀ ਆਹ ਸਾਡਾ ਅਧਿਕਾਰ ਹੈ ਕੇਂਦਰ ਸਰਕਾਰ ਦਾ। ਦੈਟ ਇਜ਼ ਦਾ ਬੇਸਿਕ ਇਸ਼ੂ ਜਿਹੜਾ ਸਾਰੇ ਕੋਈ ਨਹੀਂ ਸਮਝ ਰਹੇ। ਉਹ ਜਿਹੜਾ ਸਾਡਾ ਫੈਡਰਲ ਢਾਂਚਾ ਸੀ ਨਾ, ਉਹਦੀ ਛਾਤੀ 'ਚ ਕਿਲ ਠੋਕੀ ਇਹਨਾਂ ਨੇ ਬਣਾ ਕੇ ਵੀ ਆ ਸਾਡਾ ਹੈ, ਤੁਹਾਡਾ ਹੱਕ ਨਹੀਂ। ਉਸ ਗੱਲ ਨੂੰ ਮੈਂ ਸਮਝਦਾ ਵੀ ਸਾਰੇ ਕਿਸਾਨ ਜਥੇਬੰਦੀਆਂ ਨੂੰ ਦੈਟ ਇਜ਼ ਦਾ ਬੇਸਿਕ ਇਸ਼ੂ, ਜਿਹਦੇ ਕਰਕੇ ਪਿੱਛੇ ਨਹੀਂ ਹਟਦੇ। ਹੱਕ ਤਾਂ ਸਾਡਾ ਸੀਗਾ, ਖੋ ਕੇ ਲੈ ਗਿਆ ਸੈਂਟਰ, ਤੇ ਉਹਦੀ ਲੜਾਈ ਚੱਲ ਰਹੀ ਹੈ। ਉਹਨੂੰ ਜਦੋਂ ਵਾਪਸ ਲੈ ਲਿਆ ਮਤਲਬ ਹੋ ਗਿਆ ਵੀ ਤੁਸੀਂ ਸਟੇਟਸ ਦਾ ਹੱਕ ਸੀਗਾ ਤੇ ਅਸੀਂ ਗਲਤ ਕੀਤਾ, ਉਹ ਨਹੀਂ ਮੰਨਣ ਨੂੰ ਤਿਆਰ। ਸੁਧ ਹਰੇਕ ਚੀਜ਼ ਨੂੰ ਨਵੇਂ ਸਿਰੇ ਤੋਂ ਨਵਾਂ ਖਰੜਾ ਤਿਆਰ ਹੋਵੇ, ਬੈਠ ਜਾਣ। ਜੇ ਮੋਦੀ ਸਾਹਿਬ ਨੂੰ ਰਾਜਨੀਤੀ ਤੋਂ ਇੰਨੀ ਚਿੜ ਹੋ ਗਈ ਵੀ ਉਹਨਾਂ ਨੇ ਸੰਨਿਆਸ ਲੈਣਾ ਹੈ, ਪਤਾ ਨਹੀਂ ਕੀ ਕਰਨਾ, ਜਿਸ ਕਿਸਮ ਦੀ ਕਈ ਵਾਰ ਇਹਨਾਂ ਦੀ ਵੇਸ਼ਭੂਸ਼ਾ ਦੇਖੀ ਦੀ ਹੈ ਵੀ ਛੱਡਣ ਲੱਗੇ ਵੀ ਰਾਜਨੀਤੀ ਤੋਂ ਇੰਨੀ ਨਫ਼ਰਤ ਵੀ ਮੈਂ ਰਾਜनीतिक से बात नहीं करूँगा, वो फलाना आदमी जो बैठा है वो राजनीतिक पार्टी से संबंध रखता है। क्यों साहब, तुसी कित्थों आए हो? ਤੁਸੀਂ ਕਿਹੜੀ ਕੋਈ ਰਾਜਨੀਤੀ ਚੋਂ ਨਹੀਂ ਨਿਕਲ ਕੇ ਆਏ ਜਿਹੜੀ ਕੁਰਸੀ ਤੇ ਬੈਠੇ ਹੋ? ਜੇ ਕੱਲ ਤੁਹਾਨੂੰ ਕੋਈ ਕਹਿ ਦਿੰਦੇ ਵੀ ਨਹੀਂ ਹਮ ਇਨਸੇ ਬਾਤ ਨਹੀਂ ਕरेंगे, ਰਾਜਨੀਤੀ 'ਚ ਸੀਗੇ ਤਾਂ ਹੀ ਡਾਕਟਰ ਮਨਮੋਹਨ ਸਿੰਘ ਨੇ ਤੁਹਾਨੂੰ ਉਸ ਕਮੇਟੀ ਦਾ ਬਣਾਇਆ ਸੀਗਾ ਮੈਂਬਰ, ਜਿਹੜੀ ਆ ਕੰਜ਼ਿਊਮਰ ਅਫੇਅਰ ਦੀ ਕਮੇਟੀ ਸੀ, ਜਿਸ 'ਚ ਇਹਨਾਂ ਨੇ ਖੁਦ ਮੋਦੀ ਸਾਹਿਬ ਨੇ ਕਿਹਾ ਸੀਗਾ ਵੀ ਇਹ ਜੋ MSP ਹੈ ਇਹ ਲੀਗਲੀ ਇਸमें ਕॉन्स्टिट्यूशनल बाइंडिंग ਹੋਣੀ चाहिए। ਭੁੱਲ ਗਏ ਮੋਦੀ ਸਾਹਿਬ? ਅੱਜ ਬੂ ਆਉਣ ਲੱਗੀ ਤੁਹਾਨੂੰ। ਦੇਖੋ, ਇੱਕ ਤਾਂ ਮੋਦੀ ਸਾਹਿਬ ਨੂੰ ਗਰੀਬਾਂ 'ਚੋਂ ਬੂ ਆਉਣ ਲੱਗੀ, ਗਰੀਬ ਦੇ ਨਾਲ ਕਿਤੇ ਫੋਟੋ ਨਹੀਂ ਦੇਖੋਗੇ ਤੁਸੀਂ ਉਹਨਾਂ ਦੀ। ਅੱਜ ਮੈਂ ਕਹਿਦਾ ਹੋ ਸਕਦਾ ਸਵੇਰੇ ਕਿਸੇ ਜਵਾਕ ਨੂੰ ਜਿਹਦਾ ਵਿਚਾਰੇ ਦਾ ਨਾਸਾਂ ਚੱਲਦੀਆਂ ਹੋਣ, ਉਹਨੂੰ ਸ਼ਾਇਦ ਗੋਦੀ 'ਚ ਲਈ ਬੈਠੇ ਹੋਣ, ਤੇ ਇੱਕ ਰਾਜਨੀਤਿਕ ਲੋਕਾਂ 'ਚੋਂ ਬਦਬੂ ਆਉਣ ਲੱਗੀ। ਉਹ ਲੋਕਤੰਤਰ ਵਾਸਤੇ ਦੋਨੋਂ ਹੀ ਮਾੜੀਆਂ ਸਭ, ਕਿਉਂਕਿ ਹਿੰਦੁਸਤਾਨ ਬੇਸਿਕਲੀ ਗਰੀਬ ਲੋਕ ਅਜੇ ਬੈਠੇ ਇੰਨੀ ਵਾਰੀ ਤਾਦਾਦ 'ਚ, ਉਹਨਾਂ 'ਚੋਂ ਬੂ ਆਉਂਦੀ ਹੈ, ਲੀਡਰਾਂ 'ਚੋਂ ਬੂ ਆਉਂਦੀ ਹੈ। ਉਹਦੇ ਬਾਅਦ ਹਿੰਦੁਸਤਾਨ ਦੀ ਸਭ ਤੋਂ ਫੇਵਰੇਟ ਜਿਹੜੀ ਹੈ ਜਾਂ ਤਾਂ ਫਿਲਮਾਂ 'ਚ ਲੋਕਾਂ ਦਾ ਸਭ ਤੋਂ ਜ਼ਿਆਦਾ ਰੁਝਾਨ ਹੈ ਜਾਂ ਕ੍ਰਿਕਟ 'ਚ ਹੈ। ਉਹ ਇਹਨਾਂ ਦੇ ਬੜੇ ਉਹਦੇ ਤੇ ਬੜਾ ਹੈ ਮਿਹਰਬਾਨ ਹੈ, ਫਿਲਮਾਂ ਸਿਤਾਰਿਆਂ ਤੇ ਉੱਤੇ ਬੜੇ ਮਿਹਰਬਾਨ ਹੈ, ਤੇ ਇਹ ਜਿਹੜੇ ਐਕਟਰ ਜਿਹੜੇ ਹੈ ਖਿਲਾੜੀ ਇਹਨਾਂ ਤੇ ਬੜੇ ਮਿਹਰਬਾਨ ਹੈ, ਬਾਕੀਆਂ ਤੇ ਤਾਂ ਇਹਨਾਂ ਦੇ ਨਾਂ ਤੋਂ ਕੋਈ ਭਾਵਨਾਵਾਂ ਹੈ। ਛੱਡੋ ਇਹਨਾਂ ਗੱਲਾਂ ਨੂੰ। ਅੱਜ ਮੇਰੀ ਬੇਨਤੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ, ਪ੍ਰਧਾਨ ਮੰਤਰੀ ਸਾਹਿਬ ਇੱਕ ਸੋਨੇ ਦੀ ਚਿੜੀ ਵੱਜਦੀ ਸੀਗੀ, ਕਿਉਂ ਇਹਨੂੰ ਉਜਾੜਨ ਲੱਗੇ ਹੋ? ਆਰਾਮ ਨਾਲ ਬੈਠ ਕੇ ਕਿਸਾਨਾਂ ਨਾਲ ਗੱਲ ਕਰੋ, ਘਰੇ ਪਰਤਣ, ਆਪਦੇ ਪਰਿਵਾਰ ਸਾਂਭਣ, ਆਪਦੇ ਖੇਤ ਸਾਂਭਣ, ਆਪਦੀਆਂ ਫਸਲਾਂ ਸਾਂਭਣ। 2 ਮਹੀਨਿਆਂ ਤੋਂ ਬੈਠੇ 200 ਮਰਵਾਤੇ। ਰਾਹੁਲ ਜੀ ਨੇ ਕਿਹਾ ਸੀ ਔਰ ਕਿਤਨੀ ਕਿ ਜਾਨੇ ਲੋਗੇ। ਪਹਿਲਾਂ ਕਹਿੰਦੇ ਸੀ ਪੁਰਾਣੇ ਕਹਾਵਤਾਂ ਹੁੰਦੀਆਂ ਸੀ ਵੀ ਉਹ ਫਲਾਣੀ ਮਾਤਾ ਉਹ ਬੈਠੀ ਹੈ ਜੀ ਉੱਥੇ, ਉਹ ਕਹਿੰਦੀ ਹੈ ਇਹਨੇ ਮੈਂ ਨਰ ਬਲੀ ਚੜਨਗੇ ਤਾਂ ਹੋਣੀਆਂ। ਛੱਡੋ, ਕਿਸਾਨ ਦੀ ਗੱਲ ਕਰੋ। ਨਿਊਜ਼ 18 ਨਾਲ ਗੱਲਬਾਤ ਕਰਨ ਲਈ ਧੰਨਵਾਦ। ਤਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਹਰ ਮਸਲੇ ਤੇ ਆਪਣੀ ਬੇਬਾਕੀ ਨਾਲ ਗੱਲਬਾਤ ਜਿਹੜੀ ਨਿਊਜ਼ 18 ਨਾਲ ਸਾਂਝੀ ਕੀਤੀ ਹੈ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਭਾਈ, ਨਿਊਜ਼ 18 ਦੇ